ਜਿਵੇਂ ਕਿ ਅਸੀਂ ਪਾਠ ਨੰਬਰ 14 ਗੁਪਤ ਸਾਮਰਾਜ ਬਾਰੇ ਪੜ੍ਹ ਰਹੇ ਹਾਂ, ਜੋ ਕਿ 300 ਈਸਵੀ ਤੋਂ ਲੈ ਕੇ 600 ਈਸਵੀ ਤੱਕ ਹੈ। ਇਸ ਤੋਂ ਪਹਿਲਾਂ ਅਸੀਂ ਚੰਦਰਗੁਪਤ ਪਹਿਲਾ, ਸਮੁੰਦਰਗੁਪਤ, ਚੰਦਰਗੁਪਤ ਦੂਜਾ, ਸਕੰਦਗੁਪਤ ਬਾਰੇ ਪੜ੍ਹਿਆ। ਉਹਨਾਂ ਨੇ ਕਿਹਨੂੰ ਕਿਹਨੂੰ ਹਰਾਇਆ ਅਤੇ ਕਿਵੇਂ ਯਾਦ ਕਰਨਾ ਤੁਹਾਨੂੰ ਇਹ ਦੱਸਿਆ। ਅੱਜ ਅਸੀਂ ਕਰਾਂਗੇ ਗੁਪਤ ਕਾਲ ਦਾ ਜੋ ਰਾਜ ਪ੍ਰਬੰਧ ਸੀਗਾ ਉਹ ਕਿਵੇਂ ਸੀ। ਗੁਪਤ ਕਾਲ ਵਿੱਚ ਰਾਜੇ ਦਾ ਅਹੁਦਾ ਸਭ ਤੋਂ ਉੱਚਾ ਹੁੰਦਾ ਸੀ। ਸਭ ਤੋਂ ਮੇਨ 'ਤੇ ਕੌਣ ਸੀ? ਰਾਜਾ। ਉਹ ਮੰਤਰੀਆਂ ਅਤੇ ਹੋਰ ਵੱਡੇ ਅਫਸਰਾਂ ਦੀ ਸਹਾਇਤਾ ਨਾਲ ਰਾਜ ਪ੍ਰਬੰਧ ਕਰਦਾ ਸੀ। ਸਮਰਾਜ ਕਈ ਸੂਬਿਆਂ ਵਿੱਚ ਵੰਡਿਆ ਹੋਇਆ ਸੀ। ਜਿਵੇਂ ਅੱਜ ਕੱਲ੍ਹ ਸਾਡਾ ਵਰਤਮਾਨ ਭਾਰਤ ਵਿੱਚ 28 ਰਾਜ ਨੇ। ਪੂਰੇ ਭਾਰਤ ਦੇ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਕੀਤੀ ਹੋਈ ਹੈ। ਉਸ ਤਰ੍ਹਾਂ ਗੁਪਤ ਕਾਲ ਦੇ ਸਮੇਂ ਵੀ ਸਮੁੱਚੇ ਜੋ ਸਮਰਾਜ ਸੀਗਾ ਉਸ ਨੂੰ ਸੂਬਿਆਂ ਵਿੱਚ ਵੰਡਿਆ ਹੋਇਆ ਸੀ, ਜਿਨ੍ਹਾਂ ਨੂੰ ਭੁਗਤੀ ਕਹਿੰਦੇ ਸਨ। ਜਿਵੇਂ ਅਸੀਂ ਕਹਿੰਦੇ ਹਾਂ ਰਾਜ, ਸੂਬਾ, ਪ੍ਰਾਂਤ। ਇਸੇ ਤਰ੍ਹਾਂ ਗੁਪਤ ਸਾਮਰਾਜ ਦੇ ਸਮੇਂ ਜੋ ਸੂਬਾ ਸੀ, ਜੋ ਰਾਜ ਸੀ, ਜੋ ਪ੍ਰਾਂਤ ਸੀ, ਉਹਨੂੰ ਕਹਿੰਦੇ ਸੀ ਭੁਗਤੀ। ਸਮਰਾਜ ਕਈ ਸੂਬਿਆਂ ਵਿੱਚ ਵੰਡਿਆ ਹੋਇਆ ਸੀ, ਜਿਨ੍ਹਾਂ ਨੂੰ ਭੁਗਤੀ ਕਹਿੰਦੇ ਸਨ। ਭੁਗਤੀ ਇਹਨਾਂ ਦਾ ਸ਼ਾਸਨ ਪ੍ਰਬੰਧ ਗਵਰਨਰ ਕਰਦੇ ਸਨ। ਵਰਤਮਾਨ ਸਮੇਂ ਵੀ ਜੇਕਰ ਅਸੀਂ ਹੁਣ ਦੇਖੀਏ ਤਾਂ ਸਾਡੇ ਰਾਜ ਦਾ ਜੋ ਸੰਵਿਧਾਨਕ ਮੁਖੀ ਹੁੰਦਾ ਉਹ ਹੁੰਦਾ ਹੈ ਗਵਰਨਰ, ਜਿਸ ਨੂੰ ਅਸੀਂ ਪੰਜਾਬੀ 'ਚ ਰਾਜਪਾਲ ਕਹਿ ਦਿੰਦੇ ਹਾਂ। ਤਾਂ ਇਹਨਾਂ ਦੇ ਸ਼ਾਸਨ ਪ੍ਰਬੰਧ ਗਵਰਨਰ ਕਰਦੇ ਸਨ, ਜਿਨ੍ਹਾਂ ਨੂੰ ਵਪਾਰਿਕ ਮਹਾਰਾਜ ਕਿਹਾ ਜਾਂਦਾ ਸੀ। ਵਪਾਰਿਕ ਮਹਾਰਾਜ ਤੋਂ ਯਾਦ ਕਰ ਸਕਦੇ ਹਾਂ ਉੱਪਰਲਾ, ਭਾਵ ਜਿਸ ਦਾ ਰਾਜ ਉੱਪਰ ਹੁੰਦਾ ਸੀ ਰਾਜ, ਵਪਾਰਿਕ ਮਹਾਰਾਜ ਕਿਹਾ ਜਾਂਦਾ ਸੀ। ਜ਼ਿਲ੍ਹੇ ਗਾਹਾਂ ਜਿਵੇਂ ਅੱਜ ਕੱਲ੍ਹ ਪਹਿਲਾਂ ਸੂਬੇ ਨੇ, ਸੂਬਿਆਂ ਤੋਂ ਬਾਅਦ ਜ਼ਿਲ੍ਹੇ ਨੇ, ਤਾਂ ਜ਼ਿਲ੍ਹਿਆਂ ਨੂੰ ਵਿਸ਼ਾ ਕਹਿੰਦੇ ਸਨ। ਜਿਵੇਂ ਸਾਡੇ ਭਾਰਤ ਦੀ ਵੰਡ ਕੀਤੀ ਗਈ ਆ ਰਾਜਾਂ ਵਿੱਚ, ਜਿਸ ਨੂੰ ਅਸੀਂ ਸਟੇਟਸ ਕਹਿੰਦੇ ਹਾਂ ਇੰਗਲਿਸ਼ 'ਚ। 28 ਰਾਜ ਨੇ। ਫਿਰ ਗਾਹਾਂ ਜ਼ਿਲ੍ਹਿਆਂ ਦੇ ਵਿੱਚ ਵੰਡਿਆ ਹੋਇਆ। ਜਿਵੇਂ ਸਾਡਾ ਪੰਜਾਬ ਪ੍ਰਾਂਤ ਆ, ਸਾਡਾ ਪੰਜਾਬ ਸੂਬਾ। ਤਾਂ ਜੋ ਪੰਜਾਬ ਸੂਬਾ ਗਾ ਤਾਂ ਉਸ ਦੇ ਵਿੱਚ ਅੱਜ ਕੱਲ੍ਹ ਵਰਤਮਾਨ ਸਮੇਂ 22 ਜ਼ਿਲ੍ਹੇ ਨੇ। ਤਾਂ ਇਸੇ ਤਰ੍ਹਾਂ ਗੁਪਤ ਸਾਮਰਾਜ ਦੇ ਸਮੇਂ ਵੀ ਜੋ ਗਾਹਾਂ ਸੂਬੇ ਤੀ ਉਹਨਾਂ ਨੂੰ ਗਾਹਾਂ ਵੰਡਿਆ ਗਿਆ ਸੀ ਜ਼ਿਲ੍ਹਿਆਂ 'ਚ। ਜ਼ਿਲ੍ਹਿਆਂ ਨੂੰ ਵਿਸ਼ਾ ਕਹਿੰਦੇ ਸਨ। ਜ਼ਿਲ੍ਹਿਆਂ ਨੂੰ ਵਿਸ਼ਾ ਕਹਿੰਦੇ ਸਨ। ਉਹਨਾਂ ਤੋਂ ਹੇਠਾਂ ਸ਼ਹਿਰ ਅਤੇ ਪਿੰਡ ਸਨ। ਸਾਮਰਾਜ ਦੀ ਰਾਜਧਾਨੀ ਪਾਟਲੀਪੁੱਤਰ ਪਟਨਾ ਸੀ। ਦੇਖੋ ਜੋ ਪਟਨਾ ਹੈ, ਜਦੋਂ ਅਸੀਂ ਪੜ੍ਹਦੇ ਆ ਰਹੇ ਹਾਂ, ਅਸੀਂ ਵੈਦਿਕ ਕਾਲ ਤੋਂ ਪੜ੍ਹਦੇ ਆ ਰਹੇ ਹਾਂ। ਫਿਰ ਅਸੀਂ ਨੇ ਮੌਰਿਆ ਕਾਲ ਬਾਰੇ ਪੜ੍ਹਿਆ, ਸੁੰਗਾਂ ਬਾਰੇ ਪੜ੍ਹਿਆ, ਸਾਤਵਾਹਨਾਂ ਬਾਰੇ ਪੜ੍ਹਿਆ। ਤਾਂ ਹਰ ਇੱਕ ਦੇ ਵਿੱਚ ਜੋ ਦੇਖਿਆ ਤਾਂ ਪਾਟਲੀਪੁੱਤਰ ਦਾ ਬੜਾ ਸੰਬੰਧ ਰਿਹਾ। ਫਿਰ ਮਗਧ ਸਾਮਰਾਜ ਹੋਇਆ, ਜਿਹਦੇ ਵਿੱਚ ਬਿੰਬੀਸਾਰ ਹੋਇਆ, ਅਜਾਤਸ਼ਤਰੂ ਹੋਇਆ, ਫਿਰ ਸ਼ਿਸ਼ੂਨਾਗ ਵੰਸ਼ ਹੋਇਆ, ਉਸ ਤੋਂ ਅੱਗੇ ਨੰਦ ਵੰਸ਼ ਹੋਇਆ, ਫਿਰ ਮੌਰਿਆ ਸਾਮਰਾਜ ਆਇਆ। ਤਾਂ ਸਾਰਿਆਂ ਦਾ ਪਾਟਲੀਪੁੱਤਰ ਪਟਨਾ ਨਾਲ ਗੂੜ੍ਹਾ ਸੰਬੰਧ ਰਿਹਾ। ਤਾਂ ਜੋ ਗੁਪਤ ਸਾਮਰਾਜ ਸੀ, ਇਹਨਾਂ ਨੇ ਸ਼ੁਰੂ ਕੀਤਾ ਸੀਗਾ ਪੂਰਬੀ ਉੱਤਰ ਪ੍ਰਦੇਸ਼ ਤੋਂ। ਫਿਰ ਇਹਨਾਂ ਨੇ ਕੀ ਕੀਤਾ, ਚੰਦਰਗੁਪਤ ਪਹਿਲੇ ਨੇ ਮਗਧ ਨੂੰ ਆਪਣੇ ਸਾਮਰਾਜ ਦੇ ਵਿੱਚ ਮਿਲਾ ਲਿਆ ਸੀ। ਜਦੋਂ ਮਗਧ ਨੂੰ ਮਿਲਾ ਲਿਆ ਤਾਂ ਪਾਟਲੀਪੁੱਤਰ ਦਾ ਤਾਂ ਇੱਕ ਅਹਿਮ ਰੋਲ ਆ। ਤਾਂ ਸਾਮਰਾਜ ਦੀ ਰਾਜਧਾਨੀ ਪਾਟਲੀਪੁੱਤਰ ਸੀ। ਦੇਖੋ ਜੀ, ਸਾਡਾ ਮੌਰਿਆ ਸਾਮਰਾਜ ਹੋਇਆ, ਉਸ ਦੀ ਜੋ ਮੁੱਖ ਰਾਜਧਾਨੀ ਸੀ ਉਹ ਵੀ ਪਾਟਲੀਪੁੱਤਰ ਸੀ। ਗੁਪਤ ਸਾਮਰਾਜ ਦੀ ਰਾਜਧਾਨੀ ਵੀ ਪਾਟਲੀਪੁੱਤਰ ਹੀ ਸੀ, ਜਿਸ ਨੂੰ ਅਸੀਂ ਵਰਤਮਾਨ ਸਮੇਂ ਪਟਨਾ ਕਹਿੰਦੇ ਹਾਂ। ਦੇਖੋ ਫਿਰ ਅਸੀਂ ਪੜ੍ਹਿਆ ਸੀ ਸਾਤਵਾਹਨਾਂ ਬਾਰੇ, ਜੋ ਦੱਖਣੀ ਭਾਰਤ ਵਾਲੇ ਪਾਸੇ ਹੋਏ। ਮੌਰਿਆ ਦੇ ਅੱਗੇ ਖਾਨਦਾਨ 'ਚੋਂ ਸੀਗੇ। ਤਾਂ ਜਦੋਂ ਅਸੀਂ ਉਹਨਾਂ ਬਾਰੇ ਪੜ੍ਹਿਆ ਸੀਗਾ, ਜਿਨ੍ਹਾਂ ਦੇ ਵਿੱਚੋਂ ਸਾਤਵਾਹਨਾਂ ਵਿੱਚੋਂ ਸਾਡਾ ਆ ਗਏ ਸੀਗੇ ਗੌਤਮੀ ਪੁੱਤਰ ਸਤਕਰਨੀ, ਫਿਰ ਆ ਗਿਆ ਸੀਗਾ ਵਸ਼ਿਸ਼ਟੀ ਪੁੱਤਰ ਪਲਮਾਏ, ਫਿਰ ਜਗਸ਼੍ਰੀ ਸਤਕਰਨੀ। ਤਾਂ ਜਿਹੜੇ ਸਾਤਵਾਹਨ ਸੀ ਉਹਨਾਂ ਦੇ ਸਮੇਂ ਵੀ ਜੋ ਸਮਰਾਜ ਸੀ ਉਹਨੂੰ ਵੰਡਿਆ ਗਿਆ ਸੀ ਪ੍ਰਾਂਤਾਂ ਦੇ ਵਿੱਚ। ਅਤੇ ਪ੍ਰਾਂਤਾਂ ਦੇ ਵਿੱਚ ਵੰਡਿਆ ਗਿਆ ਸੀਗਾ ਅਤੇ ਉਸ ਤੋਂ ਬਾਅਦ ਵੰਡਿਆ ਗਿਆ ਸੀ ਜ਼ਿਲ੍ਹਿਆਂ ਦੇ ਵਿੱਚ। ਜੋ ਜ਼ਿਲ੍ਹੇ ਸੀਗੇ, ਜ਼ਿਲ੍ਹਿਆਂ ਨੂੰ ਉਹ ਕਹਿੰਦੇ ਸੀਗੇ ਆਹਾਰਸ। ਜ਼ਿਲ੍ਹਿਆਂ ਨੂੰ ਕਹਿੰਦੇ ਸੀ ਉਹ ਆਹਾਰਸ। ਅਤੇ ਅਸੀਂ ਪੜ੍ਹਿਆ ਸੀਗਾ ਇਹ ਸਾਤਵਾਹਨਾਂ ਦੇ ਸਮੇਂ ਆਹਾਰਸ। ਅਤੇ ਇਹ ਕਹਿੰਦੇ ਸੀਗੇ ਵਿਸ਼ਿਆ। ਜੋ ਜ਼ਿਲ੍ਹਿਆਂ ਨੂੰ ਕਹਿੰਦੇ ਸੀ ਇਹ ਵਿਸ਼ਿਆ। ਉਹਨਾਂ ਤੋਂ ਹੇਠਾਂ ਸ਼ਹਿਰ ਅਤੇ ਪਿੰਡ ਸਨ। ਜਿਵੇਂ ਸਾਤਵਾਹਨਾਂ ਦੇ ਸਮੇਂ ਪਿੰਡ ਦਾ ਮੁਖੀਆ ਹੁੰਦਾ ਸੀਗਾ, ਪਿੰਡ ਦਾ ਪ੍ਰਬੰਧ ਕਰਦਾ ਸੀਗਾ ਗੋਲਮੀ ਕਾਸ। ਤਾਂ ਸਾਮਰਾਜ ਦੀ ਰਾਜਧਾਨੀ ਗੁਪਤ ਕਾਲ ਦੇ ਸਮੇਂ ਕਿਹੜੀ ਸੀਗੀ? ਪਾਟਲੀਪੁੱਤਰ ਸੀ। ਵੱਡੇ ਸਰਕਾਰੀ ਅਧਿਕਾਰੀਆਂ ਨੂੰ ਕਮਾਰਮਾਤਿਆ ਕਿਹਾ ਜਾਂਦਾ ਸੀ।
ਇਹ ਅੱਜ ਕੱਲ੍ਹ ਦੇ IAS ਅਫਸਰਾਂ ਦੀ ਤਰ੍ਹਾਂ ਹੁੰਦੇ ਸਨ, ਭਾਵ ਸਾਰਾ ਸ਼ਾਸਨ ਦਾ ਪ੍ਰਬੰਧ ਇਹ ਕਰਦੇ ਸਨ ਕੁਮਾਰ ਮੱਤਿਆ। ਇਹਨਾਂ ਨੂੰ ਕਈ ਮਹੱਤਵਪੂਰਨ ਅਹੁਦੇ ਦਿੱਤੇ ਜਾਂਦੇ, ਜਿਵੇਂ ਵਿਦੇਸ਼ ਮੰਤਰੀ, ਸੈਨਾਪਤੀ, ਕਮਾਂਡਰ ਇਨ ਚੀਫ, ਗ੍ਰਹਿ ਸਕੱਤਰ ਆਦਿ। ਗੁਪਤ ਸ਼ਾਸਨ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾਇਆ ਜਾਂਦਾ ਸੀ। ਜੋ ਗੁਪਤ ਸ਼ਾਸਨ ਪ੍ਰਬੰਧ ਸੀਗਾ ਇਹ ਬੜੇ ਹੀ ਸੁਚੱਜੇ ਢੰਗ ਨਾਲ ਚਲਾਇਆ ਜਾਂਦਾ ਸੀ। ਸੂਬਿਆਂ ਵਿੱਚ ਵੰਡਿਆ ਹੋਇਆ ਸੀ ਜਿਨ੍ਹਾਂ ਨੂੰ ਭੁਗਤੀ, ਜੇਕਰ ਯਾਦ ਕਰਨਾ, ਹਰੇਕ ਸੂਬਾ ਆਪਣੇ, ਅਸੀਂ ਸੂਬੇ ਦੀ ਸਰਕਾਰ ਬਣਾਉਂਦੇ ਹਾਂ ਤਾਂ ਸਰਕਾਰ ਅੱਗੇ ਜੋ ਫੈਸਲੇ ਕਰਦੀ ਆ ਉਹ ਸਾਰੇ ਸੂਬੇ ਦੇ ਲੋਕਾਂ ਨੂੰ ਭੁਗਤਣੇ ਪੈਂਦੇ ਨੇ। ਅਸੀਂ ਭੁਗਤ ਰਹੇ ਹਾਂ। ਵਰਤਮਾਨ ਸਮੇਂ ਸਾਡੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਤਾਂ ਜੋ ਕਾਂਗਰਸ ਦੀ ਸਰਕਾਰ ਫੈਸਲੇ ਕਰਦੀ ਹੈ ਉਹ ਸਾਰੇ ਪੰਜਾਬ ਦੇ ਨਿਵਾਸੀਆਂ ਨੂੰ ਭੁਗਤਣੇ ਪੈਂਦੇ ਨੇ। ਤਾਂ ਯਾਦ ਕਰ ਸਕਦੇ ਹਾਂ, ਭੁਗਤਣ ਤੋਂ ਭੁਗਤੀ, ਤਾਂ ਸੂਬਿਆਂ ਨੂੰ ਕਹਿੰਦੇ ਸੀ ਭੁਗਤੀ। ਅਤੇ ਸ਼ਾਸਨ ਪ੍ਰਬੰਧ ਕੌਣ ਕਰਦਾ ਸੀਗਾ? ਗਵਰਨਰ, ਜਿਨ੍ਹਾਂ ਨੂੰ ਵਪਾਰਿਕ ਮਹਾਰਾਜ ਕਿਹਾ ਜਾਂਦਾ ਸੀ। ਦੇਖੋ ਸਿੰਪਲ ਜੀ ਗੱਲ ਆ ਗਈ, ਜੇਕਰ ਅਸੀਂ ਵਰਤਮਾਨ ਦੇਖੀਏ, ਸਾਡਾ ਪੰਜਾਬ ਸੂਬਾ, ਸਾਡੇ ਪੰਜਾਬ ਸੂਬੇ ਨੂੰ ਅਸੀਂ ਕਾਹਦੇ ਨਾਲ ਕੋਰਿਲੇਟ ਕਰ ਦਈਏ? ਭੁਗਤੀ ਨਾਲ। ਤਾਂ ਪੰਜਾਬ ਦੇ ਉੱਤੇ, ਜੋ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਦੀ ਆ, ਤਾਂ ਜੋ ਪੰਜਾਬ ਦਾ ਵਰਤਮਾਨ ਸਮੇਂ ਪ੍ਰਬੰਧ ਕਰਦਾ, ਸੰਵਿਧਾਨਿਕ ਤੌਰ 'ਤੇ ਪ੍ਰਬੰਧ ਤਾਂ ਕਰਦਾ ਗਵਰਨਰ, ਰਾਜਪਾਲ ਕਰਦਾ, ਪਰ ਜੇਕਰ ਅਸੀਂ ਉਂਝ ਯਾਦ ਰੱਖਣਾ ਗਾ ਕਿ ਜਿਹੜੇ ਗਵਰਨਰ ਸੀ ਉਹਨਾਂ ਨੂੰ ਕੀ ਕਹਿੰਦੇ ਸੀਗੇ? ਮਹਾਰਾਜ, ਵਪਾਰਿਕ ਮਹਾਰਾਜ, ਵਪਾਰਿਕ ਮਹਾਰਾਜ। ਤਾਂ ਸਾਡੇ ਪੰਜਾਬ ਦੇ ਵਿੱਚ ਜੋ ਸਾਡੇ ਮੁੱਖ ਮੰਤਰੀ ਨੇਗੇ ਉਹ ਕੌਣ ਨੇਗੇ? ਕੈਪਟਨ ਅਮਰਿੰਦਰ ਸਿੰਘ, ਜੋ ਮਹਾਰਾਜਿਆਂ ਦੇ ਖਾਨਦਾਨ ਵਿੱਚੋਂ ਹਨ। ਤਾਂ ਥੋੜ੍ਹਾ ਯਾਦ ਕਰ ਸਕਦੇ ਹੋ ਵੀ ਵਪਾਰਿਕ ਮਹਾਰਾਜ, ਮਹਾਰਾਜ ਨਾਲ ਜੋੜ ਕੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਵੀ ਕਹਿ ਦਿੰਦੇ ਆ ਅਸੀਂ। ਅਤੇ ਕਿਉਂਕਿ ਉਹ ਮਹਾਰਾਜਾ ਦੇ ਪਰਿਵਾਰ ਵਿੱਚੋਂ ਹਨ ਤਾਂ ਵਪਾਰਿਕ ਮਹਾਰਾਜ। ਤਾਂ ਜਿਹੜੇ ਮਹਾਰਾਜ ਨੇ ਉਹਨਾਂ ਦਾ ਜਿਹੜਾ ਖਾਨਦਾਨ ਹੁੰਦਾ ਉਹ ਬਾਕੀ ਲੋਕਾਂ ਤੋਂ ਉੱਪਰੋਂ ਹੁੰਦਾ, ਤਾਂ ਉੱਪਰ ਦੇ ਹਿਸਾਬ ਨਾਲ ਜੋੜ ਸਕਦਾ ਸੀ ਵਪਾਰਿਕ ਮਹਾਰਾਜ। ਜਿਹੜਾ ਜ਼ਿਲ੍ਹੇ ਜਿਹਨਾਂ ਨੂੰ ਕਹਿੰਦੇ ਸੀਗੇ ਵਿਸ਼ਾ, ਉਹਨਾਂ ਤੋਂ ਹੇਠਾਂ ਸ਼ਹਿਰ ਅਤੇ ਪਿੰਡ। ਵੱਡੇ ਸਰਕਾਰੀ ਅਧਿਕਾਰੀਆਂ ਨੂੰ ਕਹਿੰਦੇ ਸੀਗੇ ਕੁਮਾਰ ਮੱਤਿਆ ਕਹਿੰਦੇ ਸੀਗੇ, ਜੋ ਵਰਤਮਾਨ ਸਮੇਂ ਸਾਡੇ ਜੋ IAS ਅਧਿਕਾਰੀ ਹੁੰਦੇ ਨੇ ਉਹਨਾਂ ਦੇ ਬਰਾਬਰ ਸੀ। ਇਹਨਾਂ ਕੋਲ ਵੱਖਰੇ ਵੱਖਰੇ ਅਹੁਦੇ ਹੁੰਦੇ ਸਨ। ਇਸ ਤੋਂ ਅੱਗੇ ਹੈਗਾ ਸਮਾਜ, ਸੁਸਾਇਟੀ। ਇਸ ਕਾਲ ਵਿੱਚ ਲੋਕ ਖੁਸ਼ਹਾਲ ਅਤੇ ਸੁਖੀ ਸਨ। ਇੱਕ ਚੀਨੀ ਯਾਤਰੀ ਫਾਹੀਆਨ, ਜਿਹੜਾ ਚੰਦਰਗੁਪਤ ਦੂਜੇ ਦੇ ਸਮੇਂ ਭਾਰਤ ਆਇਆ। ਦੇਖੋ ਦੋ ਹੋਏ ਨੇ ਚੀਨੀ ਯਾਤਰੀ, ਇੱਕ ਹਿਊਨ-ਸਾਂਗ, ਇੱਕ ਫਾਹੀਆਨ। ਇਹ ਬੜੇ ਕੁਐਸਚਨ ਆਉਂਦੇ ਨੇ, ਤਾਂ ਜਾਂ ਤਾਂ ਕੁਐਸਚਨ ਆਉਂਦਾ ਵੀ ਕਿੱਥੋਂ ਆਏ ਸੀ ਇਹ? ਚਾਈਨਾ ਤੋਂ, ਚੀਨ ਯਾਤਰੀ ਸੀ। ਤਾਂ ਜਾਂ ਕੁਐਸਚਨ ਇਹ ਆਉਂਦਾ ਹਿਊਨ-ਸਾਂਗ ਕਿਸ ਦੇ ਸਮੇਂ ਆਇਆ, ਜਾਂ ਕੁਐਸਚਨ ਆਉਂਦਾ ਫਾਹੀਆਨ ਕਿਸ ਦੇ ਸਮੇਂ ਆਇਆ। ਤਾਂ ਫਾਹੀਆਨ ਕਿਹਦੇ ਸਮੇਂ ਆਇਆ ਸੀਗਾ? ਚੰਦਰਗੁਪਤ ਦੂਜੇ ਦੇ ਸਮੇਂ ਭਾਰਤ ਆਇਆ। ਤਾਂ ਫਾਹੀਆਨ ਚੰਦਰਗੁਪਤ ਦੂਜੇ ਦੇ ਸਮੇਂ ਭਾਰਤ ਆਇਆ। ਅਤੇ ਹਿਊਨ-ਸਾਂਗ ਬਾਰੇ ਅਸੀਂ ਇਸ ਤੋਂ ਅਗਲੇ ਪਾਠ ਵਿੱਚ ਪੜ੍ਹਾਂਗੇ। ਇਸ ਕਾਲ ਵਿੱਚ ਲੋਕ ਖੁਸ਼ਹਾਲ ਅਤੇ ਸੁਖੀ ਸਨ। ਇੱਕ ਚੀਨੀ ਯਾਤਰੀ ਫਾਹੀਆਨ, ਜਿਹੜਾ ਚੰਦਰਗੁਪਤ ਦੂਜੇ ਦੇ ਸਮੇਂ ਭਾਰਤ ਆਇਆ, ਲਿਖਦਾ ਹੈ ਕਿ ਲੋਕ ਸੁਖੀ ਅਤੇ ਇਮਾਨਦਾਰ ਸਨ। ਉਸ ਸਮੇਂ ਕਿਸੇ ਤਰ੍ਹਾਂ ਦੇ ਅਪਰਾਧ ਜਾਂ ਚੋਰੀਆਂ ਨਹੀਂ ਹੁੰਦੀਆਂ ਸਨ। ਲੋਕ ਬਾਹਰ ਜਾਣ ਲਈ ਘਰਾਂ ਨੂੰ ਤਾਲੇ ਨਹੀਂ ਲਗਾਉਂਦੇ ਸਨ। ਉਸ ਸਮੇਂ ਕਰ ਬਹੁਤ ਘੱਟ ਲਗਾਏ ਜਾਂਦੇ ਸਨ, ਭਾਵ ਲੋਕ ਬੜੇ ਸੁਖੀ ਸਨ। ਜ਼ਿਆਦਾਤਰ ਲੋਕ ਮਾंस ਨਹੀਂ ਖਾਂਦੇ ਸਨ। ਪਰ ਕੀ ਗੱਲ ਸੀ? ਦੇਖੋ ਜਦੋਂ ਹਿੰਦੂ ਧਰਮ ਬਾਰੇ ਗੱਲ ਆ ਜੇ, ਦੇਖੋ ਕਿਉਂਕਿ ਮੌਰਿਆ ਸਾਮਰਾਜ ਪੜ੍ਹਿਆ, ਤਾਂ ਜੋ ਚੰਦਰਗੁਪਤ ਮੌਰਿਆ ਸੀ ਉਹ ਜੈਨ ਧਰਮ ਨੂੰ ਮੰਨਣ ਲੱਗ ਗਿਆ ਸੀ। ਅਤੇ ਇਸੇ ਕਾਰਨ ਉਸਨੇ ਦੱਖਣ ਵਿੱਚ ਕਰਨਾਟਕਾ ਦੇ ਵਿੱਚ ਸਰਬਨਗੋਲਾ ਜਗ੍ਹਾ, ਜਿੱਥੇ ਉਸਨੇ ਆਪਣੀ ਜਾਨ ਦਿੱਤੀ ਸੀ ਭੁੱਖੇ ਰਹਿ ਕੇ। ਅਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਆਇਆ ਸੀ ਬਿੰਦੂਸਾਰ। ਫਿਰ ਉਸ ਤੋਂ ਉਸ ਦਾ ਪੁੱਤਰ ਸੀ ਅਸ਼ੋਕ ਨੇ ਬੁੱਧ ਧਰਮ ਨੂੰ ਮੰਨ ਲਿਆ ਸੀ। ਅਤੇ ਬੁੱਧ ਧਰਮ ਨੂੰ ਮੰਨਣ ਕਰਕੇ ਜਿਹੜੇ ਉਸ ਸਮੇਂ ਬੁੱਧ ਧਰਮ ਅਤੇ ਜੈਨ ਧਰਮ ਉਤਪੰਨ ਹੋਏ ਸਨ, ਉਹਨਾਂ ਦੇ ਉਤਪੰਨ ਹੋਣ ਦਾ ਕਾਰਨ ਹੀ ਉਸ ਸਮੇਂ ਜੋ ਸਮਾਜਿਕ ਬੁਰਾਈ ਸੀ ਜਾਤੀ ਪ੍ਰਥਾ ਦੇ ਵਿਰੋਧ ਵਿੱਚ ਲੋਕਾਂ ਨੂੰ ਸਹੀ ਰਸਤੇ ਨੂੰ ਪਾਉਣ ਲਈ ਇਹ ਦੋ ਧਰਮ ਪ੍ਰਫੁੱਲਿਤ ਹੋਏ ਸਨ। ਤਾਂ ਮੌਰੀਆ ਕਾਲ ਦੇ ਸਮੇਂ ਜੋ ਜਾਤੀ ਪ੍ਰਥਾ ਸੀ ਉਹ ਇੰਨੀ ਜ਼ਿਆਦਾ ਕਠੋਰ ਨਹੀਂ ਸੀ, ਕਿਉਂਕਿ ਬੁੱਧ ਧਰਮ ਅਪਣਾ ਲਿਆ ਸੀ ਅਸ਼ੋਕ ਨੇ। ਤਾਂ ਉਹ ਜਾਤ ਪਾਤ ਇਹਨਾਂ ਚੀਜ਼ਾਂ ਦਾ ਖੰਡਨ ਜ਼ਿਆਦਾ ਕਰਦਾ ਸੀ।
ਭਾਵ ਸਭ ਨੂੰ ਬਰਾਬਰ, ਸਭ ਨਾਲ ਸਭ 'ਤੇ ਦਇਆ ਕਰੋ, ਸਭ ਨੂੰ ਬਰਾਬਰ ਸਮਝੋ। ਪਰ ਜੋ ਗੁਪਤ ਸਮਰਾਜ ਆ, ਜੋ ਗੁਪਤ ਰਾਜੇ ਸੀਗੇ, ਇਹ ਹਿੰਦੂ ਧਰਮ ਨੂੰ ਮੰਨਦੇ ਸੀ। ਜਿੱਥੇ ਹਿੰਦੂ ਧਰਮ ਨੂੰ ਮੰਨਣ ਵਾਲੇ ਰਾਜੇ ਆ ਜਾਂਦੇ ਨੇ, ਉੱਥੇ ਜਾਤੀ ਪ੍ਰਥਾ ਆਪਣੇ ਆਪ ਕਠੋਰ ਹੋ ਜਾਂਦੀ ਆ। ਤਾਂ ਜਿਹੜੇ ਬੁੱਧ ਧਰਮ ਵਾਲੇ ਸੀ, ਸਾਡੇ ਗੁਪਤ ਸਮਰਾਜ ਦੇ ਰਾਜੇ ਸੀ, ਇਹ ਆਮ ਤੌਰ 'ਤੇ ਹਿੰਦੂ ਧਰਮ ਨੂੰ ਮੰਨਦੇ ਸਨ, ਵਿਸ਼ਨੂੰ ਦੀ ਜ਼ਿਆਦਾ ਪੂਜਾ ਕਰਦੇ ਸਨ। ਕਿਉਂਕਿ ਸਮੁੰਦਰ ਗੁਪਤ ਜਾਂ ਹੋਰ ਦੂਜੇ ਗੁਪਤ ਰਾਜਿਆਂ ਨੂੰ ਕਈ ਸਿੱਕਿਆਂ ਦੇ ਉੱਤੇ ਵਿਸ਼ਨੂੰ ਦਾ ਜੋ ਹਥਿਆਰ ਹੈਗਾ, ਪਰਛਾ, ਉਹ ਫੜੇ ਹੋਏ ਦਿਖਾਇਆ ਗਿਆ। ਤਾਂ ਇਹ ਵਿਸ਼ਨੂੰ ਧਰਮ ਨੂੰ ਵੱਧ ਮੰਨਦੇ ਸੀ, ਵਿਸ਼ਨੂੰ ਨੂੰ। ਤਾਂ ਫਿਰ ਕੀ ਹੋ ਗਿਆ ਸੀਗਾ, ਜਾਤ ਪ੍ਰਥਾ ਬਹੁਤ ਕਠੋਰ ਹੋ ਗਈ ਸੀ। ਜਦੋਂ ਹਿੰਦੂ ਧਰਮ ਮੇਨ ਹੋ ਗਿਆ ਤਾਂ ਮਾਸ ਖਾਣ ਦੀ ਤਾਂ ਮਨਾਹੀ ਹਿੰਦੂ ਧਰਮ ਦੇ ਵਿੱਚ ਹੈਗੀ ਆ। ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਜਾਤ ਨਹੀਂ ਬਦਲ ਸਕਦਾ ਸੀ। ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਜਾਤ ਨਹੀਂ ਬਦਲ ਸਕਦਾ ਸੀ। ਆਰਥਿਕ ਜੀਵਨ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਲੋਕ ਖੁਸ਼ਹਾਲ ਸਨ ਅਤੇ ਟੈਕਸ ਬਹੁਤ ਘੱਟ ਲਗਾਏ ਜਾਂਦੇ ਸਨ। ਉਸ ਸਮੇਂ ਰੋਜ਼ਾਨਾ ਲੋੜੀਂਦੀਆਂ ਚੀਜ਼ਾਂ ਬਹੁਤ ਸਸਤੀਆਂ ਸਨ। ਇਹਨਾਂ ਨੂੰ ਖਰੀਦਣ ਲਈ ਆਮ ਆਦਮੀ ਕੌਡੀਆਂ ਜਾਂ ਤਾਂਬੇ ਦੇ ਸਿੱਕੇ ਵਰਤਦੇ ਸਨ। ਕੌਡੀਆਂ ਦੀ ਵਰਤੋਂ ਕਰਦੇ ਸੀ, ਜਾਂ ਤਾਂਬੇ ਦੇ ਸਿੱਕੇ। ਭਾਵ ਚੀਜ਼ਾਂ ਸਸਤੀਆਂ ਸੀਗੀਆਂ, ਚੀਜ਼ਾਂ ਦਾ ਮੁੱਲ ਘੱਟ ਸੀ, ਲੋਕ ਆਪਸ ਦੇ ਵਿੱਚ ਇਹਨਾਂ ਚੀਜ਼ਾਂ ਦੇ ਨਾਲ ਉਹਨਾਂ ਦਾ ਸੌਦਾ ਕਰ ਲੈਂਦੇ ਸੀ। ਕੌਡੀਆਂ ਜਾਂ ਤਾਂਬੇ ਦੇ ਸਿੱਕੇ, ਇਹ ਕਿਹਦੇ ਅਕੋਰਡਿੰਗ ਆ? ਸਾਰਾ ਕੁਝ ਜੋ ਚੀਨੀ ਯਾਤਰੀ ਫਾਹੀਆਨ ਆਇਆ ਸੀ ਉਸ ਨੇ ਲਿਖਿਆ ਹੈ। ਪਰ ਸਭ ਤੋਂ ਜ਼ਿਆਦਾ ਸੋਨੇ ਦੇ ਸਿੱਕੇ, ਜਿਨ੍ਹਾਂ ਨੂੰ ਦਿਨਾਰ ਕਹਿੰਦੇ ਸਨ, ਇਸ ਕਾਲ ਵਿੱਚ ਜਾਰੀ ਕੀਤੇ। ਕੁਐਸਚਨ ਇਹ ਆ ਜਾਂਦਾ ਵੀ ਸਭ ਤੋਂ ਜ਼ਿਆਦਾ ਸੋਨੇ ਦੇ ਸਿੱਕੇ ਕਿਸ ਨੇ ਜਾਰੀ ਕੀਤੇ ਸਨ? ਤਾਂ ਸਭ ਤੋਂ ਜ਼ਿਆਦਾ ਸੋਨੇ ਦੇ ਸਿੱਕੇ ਜਾਰੀ ਕੀਤੇ ਸੀਗੇ ਗੁਪਤ ਸਮਰਾਜ ਦੇ ਸਮੇਂ, ਗੁਪਤ ਵੰਸ਼ ਦੇ ਸਮੇਂ ਸਭ ਤੋਂ ਜ਼ਿਆਦਾ ਸੋਨੇ ਦੇ ਸਿੱਕੇ ਜਾਰੀ ਹੋਏ ਸਨ। ਸਭ ਤੋਂ ਜ਼ਿਆਦਾ ਸੋਨੇ ਦੇ ਸਿੱਕੇ ਜਾਰੀ ਹੋਏ ਸਨ ਕਿਹਦੇ ਸਮੇਂ? ਗੁਪਤ ਸਮਰਾਜ ਦੇ ਸਮੇਂ। ਗੁਪਤ ਸਮਰਾਜ ਦੇ ਸਮੇਂ ਸਭ ਤੋਂ ਜ਼ਿਆਦਾ ਸੋਨੇ ਦੇ ਸਿੱਕੇ ਜਾਰੀ ਹੋਏ ਸਨ। ਦੋ ਕੁਐਸਚਨ ਆ ਜਾਂਦੇ ਨੇ। ਸਭ ਤੋਂ ਪਹਿਲਾਂ ਸੋਨੇ ਦੇ ਸਿੱਕੇ ਕਿਸ ਨੇ ਜਾਰੀ ਕੀਤੇ? ਜਾਂ ਦੂਜਾ ਕੁਐਸਚਨ ਆ ਜਾਂਦਾ ਗਾ ਸ਼ੁੱਧ ਸੋਨੇ ਦੇ, ਭਾਵ ਸਭ ਤੋਂ ਜ਼ਿਆਦਾ। ਇੱਕ ਸਭ ਤੋਂ ਪਹਿਲਾਂ, ਦੂਜਾ ਕੁਐਸਚਨ ਸਭ ਤੋਂ ਜ਼ਿਆਦਾ ਸੋਨੇ ਦੇ ਸਿੱਕੇ ਕਿਸ ਨੇ ਜਾਰੀ ਕੀਤੇ? ਤਾਂ ਇਹਦਾ ਆਨਸਰ ਕੀ ਆ ਜਾਂਦਾ ਗਾ? ਇਹਦਾ ਆਨਸਰ ਆ ਜਾਂਦਾ ਗਾ ਗੁਪਤ ਵੰਸ਼। ਤਾਂ ਗੁਪਤ ਵੰਸ਼ ਦੇ ਸਮੇਂ ਸਭ ਤੋਂ ਜ਼ਿਆਦਾ ਸੋਨੇ ਦੇ ਸਿੱਕੇ ਜਾਰੀ ਕੀਤੇ। ਅਤੇ ਜੋ ਅਗਲਾ ਕੁਐਸਚਨ ਹੈਗਾ ਵੀ ਸਭ ਤੋਂ ਪਹਿਲਾਂ ਕਿਸ ਨੇ ਜਾਰੀ ਕੀਤੇ, ਇਹ ਤੁਸੀਂ ਆਪ ਇੱਕ ਵਾਰ ਦੇਖਿਓ ਅਤੇ ਇਸ ਦਾ ਉੱਤਰ ਮੈਂ ਅਗਲੀ ਵੀਡੀਓ 'ਚ ਦੱਸਾਂਗਾ। ਅਗਲੀ ਵਾਰ ਦੱਸਾਂਗਾ ਵੀ ਕਿਸ ਨੇ ਸਭ ਤੋਂ ਪਹਿਲਾਂ ਜਾਰੀ ਕੀਤੇ ਸਨ। ਅਤੇ ਇੱਕ ਕੁਐਸਚਨ ਹੋਰ ਆ ਜਾਂਦਾ ਵੀ ਸਭ ਤੋਂ ਜ਼ਿਆਦਾ ਸ਼ੁੱਧ ਸੋਨੇ ਦੇ ਸਿੱਕੇ ਕਿਸ ਨੇ ਜਾਰੀ ਕੀਤੇ? ਇੱਕ ਕੁਐਸਚਨ ਇਹ ਵੀ ਆ ਜਾਂਦਾ। ਤਾਂ ਆਰਥਿਕ ਜੀਵਨ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ, ਲੋਕ ਖੁਸ਼ਹਾਲ ਸਨ ਅਤੇ ਟੈਕਸ ਬਹੁਤ ਘੱਟ ਲਗਾਏ ਜਾਂਦੇ ਸਨ। ਸਭ ਤੋਂ ਜ਼ਿਆਦਾ ਸੋਨੇ ਦੇ ਸਿੱਕੇ ਜਿਸ ਨੂੰ ਦਿਨਾਰ, ਗੁਪਤ ਕਾਲ ਦੇ ਸਮੇਂ ਜੋ ਸੋਨੇ ਦੇ ਸਿੱਕੇ ਸੀ ਉਸ ਨੂੰ ਦਿਨਾਰ ਕਹਿੰਦੇ ਸਨ, ਇਸ ਕਾਲ ਵਿੱਚ ਜਾਰੀ ਕੀਤੇ। ਗੁਪਤ ਕਾਲ ਦੇ ਸੋਨੇ ਦੇ ਸਿੱਕੇ ਸੰਕੇਤ ਕਰਦੇ ਹਨ ਉਸ ਸਮੇਂ ਦੇਸ਼ ਵਿਦੇਸ਼ ਨਾਲ ਵਪਾਰ ਬਹੁਤ ਉੱਨਤ ਸੀ। ਦੱਖਣੀ ਪੂਰਬੀ ਏਸ਼ੀਆ ਦੇ ਦੇਸ਼ ਜਿਵੇਂ ਕਿ ਮਿਆਂਮਾਰ ਨੂੰ ਬਰਮਾ ਕਿਹਾ ਜਾਂਦਾ ਸੀ, ਮਿਆਂਮਾਰ, ਥਾਈਲੈਂਡ, ਮਲੇਸ਼ੀਆ, ਵੀਅਤਨਾਮ, ਇੰਡੋਨੇਸ਼ੀਆ, ਭਾਵ ਇਹ ਬੰਗਾਲ ਦੀ ਖਾੜੀ ਵਾਲੇ ਪਾਸੇ ਆਦਿ ਦੇ ਨਾਲ ਵਪਾਰਕ ਅਤੇ ਸੰਸਕ੍ਰਿਤਿਕ ਸੰਬੰਧ ਵੀ ਸਥਾਪਿਤ ਸਨ। ਚੀਨ, ਚਾਈਨਾ, ਮੱਧ ਏਸ਼ੀਆ ਤਾਂ ਸਿੱਧੀ ਗੱਲ ਫਾਹੀਆਨ ਆਇਆ ਸੀਗਾ ਚੰਦਰਗੁਪਤ ਦੂਜੇ ਦੇ ਸਮੇਂ। ਚੀਨ, ਮੱਧ ਏਸ਼ੀਆ ਅਤੇ ਯੂਰਪ ਦੇ ਦੇਸ਼ਾਂ ਨਾਲ ਵੀ ਭਾਰਤ ਦੇ ਵਪਾਰਿਕ ਸੰਬੰਧ ਸਨ। ਇਹ ਦੇਖੋ ਸਿੱਕੇ ਨੇਗੇ। ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਇਸ ਦੇ ਇਲਾਵਾ ਪਸ਼ੂ ਪਾਲਣ, ਉਦਯੋਗਿਕ ਧੰਦੇ ਅਤੇ ਵਪਾਰ ਵੀ ਮਸ਼ਹੂਰ ਕੀਤੇ ਸਨ। ਸੇਠਾਂ, ਬੈਂਕਰ ਜੋ ਲੋਕਾਂ ਨੂੰ ਰੁਪਈਏ ਦਿੰਦੇ ਸਨ ਵਿਆਜ ਵਗੈਰਾ 'ਤੇ। ਸੇਠਾਂ, ਬੈਂਕਰਾਂ, ਵਪਾਰੀਆਂ ਅਤੇ ਉਤਪਾਦਕਾਂ ਦੇ ਆਪਣੇ ਆਪਣੇ ਸੰਘ ਸਨ ਜਿਨ੍ਹਾਂ ਨੂੰ ਸ਼੍ਰੇਣੀ
ਜਾਂ ਨਿਗਮ ਕਿਹਾ ਜਾਂਦਾ ਸੀ। ਮਤਲਬ ਆਪਣੇ ਆਪਣੇ ਸੰਘ ਸੀਗੇ ਵਪਾਰੀਆਂ ਦੇ, ਸੇਠਾਂ ਦੇ, ਤਾਂ ਜਿਨ੍ਹਾਂ ਨੂੰ ਕੀ ਕਹਿੰਦੇ ਸੀਗੇ, ਸ਼੍ਰੇਣੀ ਜਾਂ ਨਿਗਮ। ਅੱਜ ਕੱਲ੍ਹ ਵੀ ਅਸੀਂ ਕਹਿੰਦੇ ਨਾ ਨਿਗਮ, ਕਾਰਪੋਰੇਸ਼ਨ। ਅਤੇ ਇਹਨਾਂ ਦੇ ਆਪਣੇ ਆਪਣੇ ਕਾਰਪੋਰੇਸ਼ਨ ਸਨ, ਆਪਣੇ ਆਪਣੇ ਇਹਨਾਂ ਦੇ ਸ਼੍ਰੇਣੀਆਂ ਸਨ, ਆਪਣੇ ਆਪਣੇ ਭਾਵ ਇਹਨਾਂ ਦੇ ਕਲਾਸਿਸ ਸਨ, ਅਤੇ ਜਾਂ ਕਹਿ ਲਓ ਨਿਗਮ ਸਨ। ਉਹ ਆਪਣੇ ਆਪਣੇ ਕਿੱਤੇ ਦਾ ਸੰਗਠਨ ਕਰਦੇ ਸਨ, ਆਪਣੇ ਆਪਣੇ ਕਿੱਤੇ ਦਾ ਸੰਗਠਨ ਕਰਦੇ ਸਨ। ਕਲਾ ਅਤੇ ਸਾਹਿਤ। ਗੁਪਤ ਕਾਲ ਵਿੱਚ ਉੱਚ ਦਰਜੇ ਦੇ ਸਾਹਿਤ ਅਤੇ ਕਲਾ ਦੀ ਰਚਨਾ ਹੋਈ, ਕਿਉਂਕਿ ਚੰਦਰਗੁਪਤ ਦੂਜੇ ਦੇ ਵਿਕਰਮਾਦਿੱਤਿਆ ਦੇ ਸਮੇਂ 9 ਰਤਨ ਉਸਦੇ ਦਰਬਾਰ ਵਿੱਚ ਸਨ, ਜਿਨ੍ਹਾਂ ਦੇ ਵਿੱਚੋਂ ਅਸੀਂ ਪੜ੍ਹਿਆ ਸੀ ਕਿ ਆਰਿਆ ਭੱਟ, ਕਾਲੀਦਾਸ। ਸੰਸਕ੍ਰਿਤ ਦੇ ਪ੍ਰਸਿੱਧ ਕਵੀ ਕਾਲੀਦਾਸ ਨੇ ਬਹੁਤ ਸਾਰੇ ਨਾਟਕ ਅਤੇ ਕਵਿਤਾਵਾਂ ਲਿਖੀਆਂ। ਜੋ ਕਾਲੀਦਾਸ ਸੀ ਉਹ ਸੰਸਕ੍ਰਿਤ ਦਾ ਪ੍ਰਸਿੱਧ ਕਵੀ ਸੀ। ਉਹਨਾਂ ਦੁਆਰਾ ਲਿਖਿਆ ਨਾਟਕ ਸ਼ਕੁੰਤਲਾ ਅਤੇ ਕਾਵਿ ਮੇਘਦੂਤ ਬਹੁਤ ਮਸ਼ਹੂਰ ਸਨ। ਇਹ ਸਾਰੇ ਚੰਦਰਗੁਪਤ ਦੂਜਾ ਵਿਕਰਮਾਦਿੱਤਿਆ ਦੇ ਦਰਬਾਰ ਦੇ 9 ਰਤਨਾਂ ਵਿੱਚੋਂ ਸਨ। ਫਿਰ ਅਮਰ ਸਿੰਘ, ਸੁਦਰਕ, ਡੰਡੀ, ਅਮਰ ਸਿੰਘ, ਸੁਦਰਕ, ਡੰਡੀਅਨ ਆਦਿ ਇਹ ਵੀ ਹੋਰ ਹੋਏ ਨੇ ਵਿਦਵਾਨ। ਇਹ ਸਾਰੇ ਕੁਐਸਚਨ ਕਿਸ ਨਾਲ ਸੰਬੰਧਿਤ? ਗੁਪਤ ਕਾਲ ਨਾਲ। ਕਿਹਦੇ 9 ਰਤਨ ਸੀਗੇ? ਚੰਦਰਗੁਪਤ ਦੂਜੇ ਦੇ, ਚੰਦਰਗੁਪਤ ਦੂਜਾ, ਵਿਕਰਮਾਦਿੱਤਿਆ। ਮਥੁਰਾ ਇਸ ਕਾਲ ਵਿੱਚ ਕਲਾ ਦਾ ਇੱਕ ਪ੍ਰਸਿੱਧ ਕੇਂਦਰ ਬਣ ਗਿਆ ਸੀ। ਦੇਖੋ, ਜਦੋਂ ਹਿੰਦੂ ਧਰਮ ਨਾਲ ਸੰਬੰਧਿਤ ਗੱਲ ਆ ਜੇ, ਮੂਰਤੀਆਂ ਨਾਲ ਸੰਬੰਧਿਤ ਗੱਲ ਆ ਜੇ, ਤਾਂ ਮਥੁਰਾ ਆਪਣੇ ਆਪ ਆ ਜਾਂਦਾ, ਕਿਉਂਕਿ ਮਥੁਰਾ ਵਿੱਚ ਇਸ ਸਮੇਂ ਵੀ ਹਿੰਦੂ ਧਰਮ ਨਾਲ ਸੰਬੰਧਿਤ ਬਹੁਤ ਕੁਛ ਆ। ਮਥੁਰਾ ਇਸ ਕਾਲ ਵਿੱਚ ਕਲਾ ਦਾ ਇੱਕ ਪ੍ਰਸਿੱਧ ਕੇਂਦਰ ਬਣ ਗਿਆ ਸੀ। ਦੇਖੋ, ਕੁਸ਼ਾਨ ਕਾਲ ਦੇ ਦੌਰਾਨ 2 ਸੀਗੇ, ਇੱਕ ਮਥੁਰਾ, ਇੱਕ ਗੰਧਾਰ, ਉਹ ਪਾਕਿਸਤਾਨ ਵਾਲੇ ਪਾਸੇ। ਇੱਥੇ ਮਥੁਰਾ ਇਸ ਕਾਲ ਵਿੱਚ ਕਲਾ ਦਾ ਇੱਕ ਪ੍ਰਸਿੱਧ ਕੇਂਦਰ ਬਣ ਗਿਆ ਸੀ। ਇੱਥੇ ਬੁੱਧ, ਜੈਨ ਅਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਬਹੁਤ ਸੁੰਦਰ ਮੂਰਤੀਆਂ ਬਣਾਈਆਂ ਜਾਂਦੀਆਂ ਸਨ। ਵਾਰਾਣਸੀ ਦੇ ਕੋਲ ਸਾਰਨਾਥ ਵੀ ਖੂਬਸੂਰਤ ਮੂਰਤੀਆਂ ਲਈ ਪ੍ਰਸਿੱਧ ਸੀ। ਦੇਖੋ, ਮੌਰੀਆ ਕਾਲ ਦੇ ਦੌਰਾਨ ਵੀ ਪੜ੍ਹਿਆ ਸੀ ਅਸੀਂ ਨੇ, ਤਾਂ ਮੌਰੀਆ ਕਾਲ ਦੇ ਦੌਰਾਨ ਕਿਹੜੇ ਤਕਸ਼ੀਲਾ, ਜੋ ਕਿ ਗੰਧਾਰ ਦੀ ਰਾਜਧਾਨੀ ਸੀ, ਤਕਸ਼ੀਲਾ, ਵਾਰਾਣਸੀ ਅਤੇ ਪਾਟਲੀਪੁੱਤਰ। ਮੌਰੀਆ ਕਾਲ ਦੇ ਦੌਰਾਨ ਪਾਟਲੀਪੁੱਤਰ, ਵਾਰਾਣਸੀ ਅਤੇ ਤਕਸ਼ੀਲਾ। ਅਤੇ ਹੁਣ ਗੁਪਤ ਵੰਸ਼ ਦੌਰਾਨ ਮਥੁਰਾ ਅਤੇ ਵਾਰਾਣਸੀ ਦੇ ਕੋਲ ਸਾਰਨਾਥ ਵੀ ਖੂਬਸੂਰਤ ਮੂਰਤੀਆਂ ਲਈ ਪ੍ਰਸਿੱਧ ਸੀ। ਅਤੇ ਇਸ ਸਮੇਂ ਵਿੱਚ ਕਈ ਸੁੰਦਰ ਮੰਦਰ ਵੀ ਬਣਵਾਏ ਗਏ। ਤਾਂ ਜੇ ਉਹ ਹਿੰਦੂ ਧਰਮ ਦੇ ਮੰਦਰਾਂ ਦੀ ਪ੍ਰਥਾ ਗਈ, ਉਹ ਗੁਪਤ ਕਾਲ ਦੇ, ਗੁਪਤ ਸਮਰਾਜ ਦੇ ਸਮੇਂ ਸ਼ੁਰੂ ਹੋਈ। ਮੱਧ ਪ੍ਰਦੇਸ਼ ਵਿੱਚ ਦੇਵਗੜ੍ਹ ਅਤੇ ਕਾਨਪੁਰ ਦੇ ਨੇੜੇ ਪੀਤਰੀ, ਇਹ ਯਾਦ ਕਰਨਾ ਪਊਗਾ। ਮੱਧ ਪ੍ਰਦੇਸ਼ ਵਿੱਚ ਦੇਵਗੜ੍ਹ ਅਤੇ ਕਾਨਪੁਰ ਦੇ ਨੇੜੇ ਪੀਤਰੀ ਪਿੰਡ ਦੇ ਮੰਦਰ ਬਹੁਤ ਪ੍ਰਸਿੱਧ ਹਨ। ਮਹਾਰਾਸ਼ਟਰ ਵਿੱਚ ਔਰੰਗਾਬਾਦ ਦੇ ਨੇੜੇ ਅਜੰਤਾ ਦੀਆਂ ਗੁਫਾਵਾਂ ਆਪਣੇ ਸੁੰਦਰ ਭਿੱਤੀ ਚਿੱਤਰਾਂ ਲਈ ਮਸ਼ਹੂਰ ਹਨ। ਇਸ ਤੋਂ ਪਹਿਲਾਂ ਅਸੀਂ ਪੜ੍ਹਿਆ ਸੀ ਸਾਤਵਾਹਨਾਂ ਬਾਰੇ, ਜੋ ਕਿ ਮੌਰੀਆ ਵੰਸ਼ ਦੇ ਹੀ ਵਿੱਚੋਂ ਸਨ, ਅਤੇ ਜਿਨ੍ਹਾਂ ਨੇ ਦੱਖਣ ਵਾਲੇ ਪਾਸੇ, ਮਹਾਰਾਸ਼ਟਰ ਵਾਲੇ ਪਾਸੇ ਆਪਣਾ ਰਾਜ ਸਥਾਪਿਤ ਕੀਤਾ ਸੀ। ਉਹਨਾਂ ਦੀ ਰਾਜਧਾਨੀ ਸੀ ਪ੍ਰਤਿਸ਼ਠਾਨ। ਤਾਂ ਉਦੋਂ ਅਸੀਂ ਕੀਤਾ ਸੀਗਾ ਕਿ ਸਾਂਚੀ ਦੇ ਸਤੂਪਾਂ ਨਾਲੋਂ ਅਮਰਾਵਤੀ ਦਾ ਸਤੂਪ ਬਹੁਤ ਵਧੀਆ ਬਣਾਇਆ ਗਿਆ ਸੀ। ਇਸ ਵਿੱਚ ਬੁੱਧ ਦੇ ਜੀਵਨ ਦੀ ਸਾਰੀ ਕਹਾਣੀ ਨੂੰ ਦਰਸਾਉਂਦੇ ਹੋਏ ਚਿੱਤਰ ਤਰਾਸ਼ੇ ਗਏ ਸਨ। ਗੰਟਸਾਲ ਅਤੇ ਨਾਗ ਅਰਜੁਨੀ ਕੋਂਡਾ ਵਿਖੇ ਗੋਦਾਵਰੀ ਡੈਲਟਾ ਵਿੱਚ ਵੀ ਸਤੂਪ ਸਥਾਪਿਤ ਕੀਤੇ ਗਏ, ਪਰੰਤੂ ਉਹ ਹੁਣ ਨਹੀਂ ਹਨ। ਦੇਖੋ, ਜੋ ਸਾਤਵਾਹਨ ਪੜ੍ਹਿਆ ਸੀ ਅਸੀਂ, ਉਹ 'ਚ 2 ਜਗ੍ਹਾ ਸੀਗੀਆਂ, ਗੰਟਸਾਲ ਅਤੇ ਨਾਗ ਅਰਜੁਨੀ ਕੋਂਡਾ। ਉੱਥੇ ਇਹਨਾਂ ਨੇ ਗੋਦਾਵਰੀ ਕਿਉਂਕਿ ਮਹਾਰਾਸ਼ਟਰ, ਤਾਂ ਗੋਦਾਵਰੀ ਡੈਲਟਾ ਵਿੱਚ ਇਹਨਾਂ ਨੇ ਸਤੂਪ ਬਣਾਏ ਸਨ, ਪਰ ਉਹ ਹੁਣ ਨਹੀਂ ਹਨ। ਤਾਂ ਜੇਕਰ ਇੱਧਰ ਗੱਲ ਕਰੀਏ ਅਸੀਂ ਗੁਪਤਾਂ ਦੀ, ਤਾਂ ਅਸੀਂ ਕੀਤਾ ਗਾ ਕਿ ਔਰੰਗਾਬਾਦ, ਮਹਾਰਾਸ਼ਟਰ ਵਿੱਚ ਔਰੰਗਾਬਾਦ ਦੇ ਨੇੜੇ ਅਜੰਤਾ ਦੀਆਂ ਗੁਫਾਵਾਂ ਆਪਣੇ ਸੁੰਦਰ ਭਿੱਤੀ ਚਿੱਤਰਾਂ ਲਈ ਮਸ਼ਹੂਰ ਹਨ। ਇਹ ਗੁਫਾਵਾਂ ਇਸੇ ਕਾਲ ਵਿੱਚ ਬਣਾਈਆਂ ਗਈਆਂ ਸਨ। ਕੁਐਸਚਨ ਹੈ ਜੀ ਵੀ ਅਜੰਤਾ ਦੀਆਂ ਗੁਫਾਵਾਂ ਦਾ ਸੰਬੰਧ ਕਿਸ ਕਾਲ ਨਾਲ ਹੈ? ਤਾਂ ਅਜੰਤਾ ਦੀਆਂ ਗੁਫਾਵਾਂ ਦਾ ਸੰਬੰਧ ਗੁਪਤ ਕਾਲ ਨਾਲ। ਅਤੇ ਜੇ ਨਾਗ ਅਰਜੁਨੀ ਕੋਂਡਾ ਅਤੇ ਗੰਟਸਾਲ
ਕਿੱਥੇ ਹੈਗਾ? ਗੋਦਾਵਰੀ ਡੈਲਟਾ। ਕਿਹੜੇ ਪਾਸੇ? ਮਹਾਰਾਸ਼ਟਰ ਵਾਲੇ ਪਾਸੇ। ਇੱਥੇ ਕੀ ਬਣਵਾਇਆ ਸੀ? ਸਤੂਪ। ਕਿਹਨਾਂ ਨੇ? ਸਾਤਵਾਹਨਾਂ ਨੇ। ਅਤੇ ਅਸੀਂ ਇੱਕ ਹੋਰ ਕੀਤਾ ਸੀਗਾ ਮੌਰੀਆ ਸਮਰਾਜ ਦੇ ਸਮੇਂ, ਵਾਰਾਵਰ ਅਤੇ ਨਾਗ ਅਰਜਨੀ। ਵਾਰਾਵਰ ਅਤੇ ਨਾਗ ਅਰਜਨੀ ਦੀਆਂ ਗੁਫਾਵਾਂ, ਉਹ ਕਿੱਥੇ ਸੀਗੀਆਂ? ਬਿਹਾਰ ਦੇ ਵਿੱਚ। ਉਹ ਕਿਹਦੇ ਲਈ ਬਣਾਈਆਂ ਸੀ? ਬੋਧੀਆਂ ਦੇ ਲਈ। ਨਾਗ ਅਰਜਨੀ ਅਤੇ ਵਾਰਾਵਰ ਦੀਆਂ ਗੁਫਾਵਾਂ ਦਾ ਸੰਬੰਧ ਹੈਗਾ ਗਾ ਮੌਰੀਆ ਸਮਰਾਜ ਨਾਲ। ਨਾਗ ਅਰਜਨੀ ਕੌਂਡਾ ਅਤੇ ਗੰਡਸਾਲ ਦੇ ਸਤੂਪ ਜੋ ਗੋਦਾਵਰੀ ਨਦੀ ਦੇ ਡੈਲਟੇ ਵਿੱਚ ਨੇ, ਇਹਨਾਂ ਦਾ ਸੰਬੰਧ ਹੈਗਾ ਗਾ ਸਾਤਵਾਹਨ ਨਾਲ। ਅਤੇ ਜੋ ਹੁਣ ਪੜ੍ਹਿਆ ਅਸੀਂ ਨੇ ਮਹਾਰਾਸ਼ਟਰ ਵਿੱਚ ਔਰੰਗਾਬਾਦ ਦੇ ਨੇੜੇ ਅਜੰਤਾ ਦੀਆਂ ਗੁਫਾਵਾਂ, ਜੋ ਅਜੰਤਾ ਦੀਆਂ ਗੁਫਾਵਾਂ ਨੇ, ਇਹਨਾਂ ਦਾ ਸੰਬੰਧ ਹੈਗਾ ਗੁਪਤ ਕਾਲ ਨਾਲ। ਗੁਪਤ ਕਾਲ ਦੇ ਰਾਜਿਆਂ ਨੇ ਇਹਨਾਂ ਗੁਫਾਵਾਂ ਨੂੰ ਬੌਧ ਭਿਕਸ਼ੂਆਂ ਦੇ ਰਹਿਣ ਅਤੇ ਪੂਜਾ ਕਰਨ ਲਈ ਬਣਵਾਇਆ ਸੀ। ਇਹਨਾਂ ਨੇ ਵੀ ਜਿਹੜੀਆਂ ਗੁਫਾਵਾਂ ਸੀ ਅਜੰਤਾ ਦੀਆਂ, ਕਿਹਦੇ ਲਈ ਬਣਾਇਆ ਸੀ? ਬੌਧ ਭਿਕਸ਼ੂਆਂ ਦੇ ਰਹਿਣ ਅਤੇ ਪੂਜਾ ਕਰਨ ਲਈ ਬਣਵਾਇਆ ਸੀ। ਅਤੇ ਇੱਧਰ ਚਿੱਤਰ ਵਿੱਚ ਦੇਖ ਸਕਦੇ ਹਾਂ ਅਸੀਂ ਉਦੈਗਿਰੀ ਵਿਖੇ ਵਿਸ਼ਨੂੰ ਦੀ ਮੂਰਤੀ। ਜਿਹੜਾ ਉਦੈਗਿਰੀ ਆ, ਉਦੈਗਿਰੀ ਹੈਗਾ ਸਾਡਾ ਮੱਧ ਪ੍ਰਦੇਸ਼ ਦੇ ਵਿੱਚ। ਉਦੈਗਿਰੀ ਕਿੱਥੇ ਹੈ? ਸਾਡਾ ਮੱਧ ਪ੍ਰਦੇਸ਼ ਦੇ ਵਿੱਚ। ਮੱਧ ਦੇ ਵਿੱਚ ਆ, ਮੱਧ। ਉਦੇ ਕਿੱਥੋਂ ਹੁੰਦਾ ਗਾ? ਭਾਵ ਜਾਗਣਾ। ਮੱਧ ਵਿੱਚੋਂ, ਵਿਚਕਾਰੋਂ। ਇੱਕ ਸਰਕਲ ਆ, ਸਰਕਲ ਦਾ ਜੋ ਸਰਕਲ ਇੱਕ ਚੱਕਰ ਹੁੰਦਾ ਹੈ, ਤਾਂ ਜੋ ਚੱਕਰ ਆ, ਚੱਕਰ ਦਾ ਸੈਂਟਰ ਕਿੱਥੇ ਹੁੰਦਾ ਗਾ? ਚੱਕਰ ਕਿੱਥੋਂ ਸ਼ੁਰੂ ਹੁੰਦਾ? ਉਸਦਾ ਇੱਕ ਕੇਂਦਰ ਬਿੰਦੂ ਹੁੰਦਾ ਜਿਸ ਨੂੰ ਅਸੀਂ ਮੱਧ ਕਹਿੰਦੇ ਹਾਂ। ਮੱਧ ਤੋਂ ਸਟਾਰਟ ਹੁੰਦਾ, ਉੱਥੋਂ ਉਦੇ ਹੁੰਦਾ ਗਾ ਉਹ ਚੱਕਰ। ਤਾਂ ਉਦੈਗਿਰੀ ਕਿੱਥੇ ਹੈਗਾ? ਮੱਧ ਪ੍ਰਦੇਸ਼ ਵਿੱਚ। ਦੇਵਗੜ੍ਹ ਹਰੇਕ ਦੇ ਦਿਲ ਵਿੱਚ ਪਰਮਾਤਮਾ ਵਸਦਾ। ਹਰੇਕ ਦੇ ਦਿਲ ਵਿੱਚ ਪਰਮਾਤਮਾ ਵਸਦਾ, ਦੇਵ ਵਸਦਾ, ਦੇਵ। ਤਾਂ ਕਿੱਥੇ ਹੁੰਦਾ? ਮੱਧ, ਸੈਂਟਰ ਵਿੱਚ। ਮੱਧ ਪ੍ਰਦੇਸ਼ ਵਿੱਚ ਦੇਵਗੜ੍ਹ। ਕਾਨਪੁਰ ਦੇ ਨੇੜੇ ਭੀਤਰੀ। ਇਹ ਪਿੰਡ ਦੇ ਵਿੱਚ ਮੰਦਰ ਨੇਗੇ। ਅਤੇ ਜਿਹੜੇ ਮੰਦਰ ਬਣਾਉਣ ਦਾ ਕੰਮ ਸ਼ੁਰੂ ਹੋਇਆ ਸੀ ਗੁਪਤ ਕਾਲ ਦੇ ਸਮੇਂ ਸ਼ੁਰੂ ਹੋਇਆ ਸੀ। ਤਾਂ ਉਦੈਗਿਰੀ ਮੱਧ ਪ੍ਰਦੇਸ਼ ਵਿੱਚ ਵਿਸ਼ਨੂੰ ਦੀ ਇੱਕ ਮੂਰਤੀ ਵੀ ਮਿਲੀ ਹੈ। ਗੁਪਤ ਕਾਲ ਦੇ ਰਾਜਿਆਂ ਨੇ ਇਹਨਾਂ ਗੁਫਾਵਾਂ ਨੂੰ ਬੌਧ ਭਿਕਸ਼ੂਆਂ ਦੇ ਰਹਿਣ ਅਤੇ ਪੂਜਾ ਕਰਨ ਲਈ ਬਣਵਾਇਆ ਸੀ। ਗੁਪਤ ਕਾਲ ਵਿੱਚ ਸਾਂਚੀ ਦੇ ਸਤੂਪ ਦਾ ਪੁਨਰ ਨਿਰਮਾਣ ਕਰਾਇਆ। ਜੋ ਸਾਂਚੀ ਦਾ ਸਤੂਪ ਸੀਗਾ, ਸਾਂਚੀ ਦਾ ਸਤੂਪ ਉਹ ਬਣਵਾਇਆ ਸੀਗਾ ਅਸ਼ੋਕ ਨੇ। ਸਾਂਚੀ ਦਾ ਸਤੂਪ ਬਣਾਇਆ ਸੀਗਾ ਅਸ਼ੋਕ ਨੇ। ਇੱਕ ਸੀਗਾ ਬਰਹੂਤ ਦਾ ਸਤੂਪ ਬਣਵਾਇਆ ਸੀਗਾ ਪੁਸ਼ਿਆਮਿੱਤਰ ਸੁੰਗ ਨੇ। ਇੱਕ ਸੀਗਾ ਅਮਰਾਵਤੀ ਦਾ ਸਤੂਪ, ਉਹ ਬਣਾਇਆ ਸੀਗਾ ਸਾਤਵਾਹਨਾਂ ਨੇ। ਤਾਂ ਜੋ ਸਾਂਚੀ ਦਾ ਸਤੂਪ ਆ, ਦੇਖੋ ਸਾਂਚੀ ਦਾ ਸਤੂਪ ਪਹਿਲਾਂ ਆਇਆ ਅਸ਼ੋਕ ਨੇ, ਫਿਰ ਬਰਹੂਤ ਦਾ ਸਤੂਪ ਇਹ ਬਣਵਾਇਆ ਸੀਗਾ ਪੁਸ਼ਿਆਮਿੱਤਰ ਸੁੰਗ ਨੇ, ਅਤੇ ਫਿਰ ਅਮਰਾਵਤੀ ਦਾ ਸਤੂਪ ਸਾਤਵਾਹਨਾਂ ਨੇ। ਤਾਂ ਫਿਰ ਸਾਂਚੀ ਦੇ ਸਤੂਪ ਦਾ ਜੋ ਪੁਨਰ ਨਿਰਮਾਣ ਕਰਾਇਆ ਸੀ ਉਹ ਕਰਾਇਆ ਸੀਗਾ ਗੁਪਤਾਂ ਨੇ। ਇਹ ਖੁਜਰਾਹੋ ਦਾ ਮੰਦਰ ਹੈ। ਖੁਜਰਾਹੋ ਦਾ ਮੰਦਰ ਜੋ ਖੁਜਰਾਹੋ ਹੈ ਇਹ ਵੀ ਮੱਧ ਪ੍ਰਦੇਸ਼ ਵਿੱਚ ਆ। ਜੋ ਖੁਜਰਾਹੋ ਹੈ ਇਹ ਵੀ ਮੱਧ ਪ੍ਰਦੇਸ਼ ਵਿੱਚ ਹੈ। ਅਤੇ ਜ਼ਿਆਦਾਤਰ ਇਹਨਾਂ ਨੇ ਮੰਦਰ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਾਲੇ ਪਾਸੇ ਬਣਾਏ। ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼, ਕਿਉਂਕਿ ਜੋ ਚੰਦਰਗੁਪਤ ਦੂਜਾ ਵਿਕਰਮਾਦਿੱਤਿਆ ਉਹਨੂੰ ਉਜੈਨ ਦਾ ਰਾਜਾ ਵੀ ਕਿਹਾ ਜਾਂਦਾ। ਜੋ ਉਜੈਨ ਆ ਉਹ ਮੱਧ ਪ੍ਰਦੇਸ਼ ਵਿੱਚ ਹੈ, ਉਹ ਮੱਧ ਭਾਰਤ ਵਿੱਚ ਹੈ। ਇਸ ਤੋਂ ਅੱਗੇ ਸਾਡਾ ਆ ਗਿਆ ਵਿਗਿਆਨ ਅਤੇ ਤਕਨੀਕੀ, ਸਾਇੰਸ ਐਂਡ ਟੈਕਨੋਲੋਜੀ। ਗੁਪਤ ਰਾਜਾਂ ਦੀ ਸਰਪ੍ਰਸਤੀ ਵਿੱਚ ਵਿਗਿਆਨ ਅਤੇ ਤਕਨੀਕੀ ਦੀ ਬਹੁਤ ਉੱਨਤੀ ਹੋਈ। ਪ੍ਰਸਿੱਧ ਵਿਗਿਆਨੀ ਆਰਿਆ ਭੱਟ, ਜੋ ਆਰਿਆ ਭੱਟ ਹੈ ਉਹ ਕਿਸ ਦੇ ਸਮੇਂ ਕਿਹੜੇ ਕਾਲ 'ਚ ਹੋਇਆ? ਗੁਪਤ ਕਾਲ 'ਚ। ਆਰਿਆ ਭੱਟ ਨੇ ਆਪਣੀ ਪੁਸਤਕ ਆਰਿਆ ਭੱਟਿਅਮ ਦੀ ਰਚਨਾ ਕੀਤੀ। ਇਸ ਪੁਸਤਕ ਵਿੱਚ ਦੱਸਿਆ ਗਿਆ ਕਿ ਪ੍ਰਿਥਵੀ ਸੂਰਜ ਦੇ ਦੁਆਲੇ ਚੱਕਰ ਕੱਟਦੀ ਹੈ ਅਤੇ ਸੂਰਜ ਅਤੇ ਚੰਦਰਮਾ 'ਤੇ ਗ੍ਰਹਿਣ ਕਿਸ ਪ੍ਰਕਾਰ ਲੱਗਦੇ ਹਨ। ਆਰਿਆ ਭੱਟ ਨੇ ਸਿਧਾਂਤ ਦਿੱਤਾ ਸੀ। ਆਰਿਆ ਭੱਟਮ ਨਾਂ ਦੀ ਕਿਤਾਬ ਆ ਕਿ ਕਿਸ ਤਰ੍ਹਾਂ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਅਤੇ ਕਿਵੇਂ ਸੂਰਜ ਅਤੇ ਚੰਦਰਮਾ ਗ੍ਰਹਿਣ ਲੱਗਦੇ ਨੇ।
ਹਿਸਾਬ ਵਿੱਚ ਡੈਸੀਮਲ ਦਸ਼ਮਲਵ ਦੀ ਵਰਤੋਂ ਦਾ ਇਸ ਸਮੇਂ ਗਿਆਨ ਸੀ, ਭਾਵ ਡੈਸੀਮਲ ਦੀ ਵਰਤੋਂ ਵੀ ਇਹਨਾਂ ਨੂੰ ਪਤਾ ਸੀ। ਇਸ ਕਾਲ ਵਿੱਚ ਗਣਿਤ, ਖਗੋਲ ਸ਼ਾਸਤਰ, ਮੈਥਸ, ਐਸਟਰੋਨੋਮੀ ਐਂਡ ਸਾਇੰਸ ਦੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਗਈਆਂ। ਮਹਿਰੌਲੀ ਵਿੱਚ ਕੁਤਬ ਮੀਨਾਰ ਦੇ ਨੇੜੇ ਲੱਗਿਆ ਹੋਇਆ ਲੋਹੇ ਦਾ ਸਤੰਭ ਆ ਜਿਹੜਾ, ਜੋ ਚੰਦਰਗੁਪਤ ਦੂਜਾ ਵਿਕਰਮਾਦਿੱਤਿਆ ਦੇ ਸਮੇਂ ਬਣਾਇਆ ਗਿਆ ਸੀ। ਲੋਹੇ ਦਾ ਸਤੰਭ ਹੈ, ਮਹਿਰੌਲੀ ਵਿੱਚ ਕੁਤਬ ਮੀਨਾਰ ਦੇ ਨੇੜੇ ਲੱਗਾ ਹੋਇਆ। ਇਹਦੀ ਉਚਾਈ ਕਿੰਨੀ ਹੈ? 23 ਫੁੱਟ। 23 ਫੁੱਟ ਉੱਚਾ ਹੈ। 23 ਫੁੱਟ। ਕਈ ਵਾਰ ਜੇ ਭੁੱਲ ਜਾਈਏ ਤਾਂ 2 ਅਤੇ 3 ਅਸੀਂ ਯਾਦ ਕਰ ਸਕਦੇ ਹਾਂਗੇ। ਵੈਸੇ ਯਾਦ ਕਰਨ ਵਾਸਤੇ ਦੇਖੋ, ਇੱਕ ਚੰਦਰਗੁਪਤ ਮੌਰਿਆ ਹੋਇਆ ਪਹਿਲਾ, ਫਿਰ ਚੰਦਰਗੁਪਤ ਪਹਿਲਾ, ਫਿਰ ਚੰਦਰਗੁਪਤ ਦੂਜਾ, ਤਾਂ ਦੂਜੇ ਨਾਲ ਭਾਵ 2, ਮੂਹਰੇ 2 ਆ ਗਿਆ 2, ਫਿਰ ਪਿੱਛੇ 3 ਆ ਗਿਆ, ਤਾਂ ਚੰਦਰਗੁਪਤ ਹੋਏ ਕਿੰਨੇ? 3। ਬਣਵਾਇਆ ਚੰਦਰਗੁਪਤ ਦੂਜੇ ਨੇ ਸੀ, ਤਾਂ ਇਹਦੇ ਨਾਲ 2 ਆ ਗਿਆ ਅੱਗੇ, ਤਾਂ ਚੰਦਰਗੁਪਤ ਹੋਏ ਕਿੰਨੇ ਆ? 3। ਇੱਕ ਮੌਰਿਆ, ਇੱਕ ਚੰਦਰਗੁਪਤ ਪਹਿਲਾ, ਇੱਕ ਚੰਦਰਗੁਪਤ ਦੂਜਾ, ਤਾਂ ਤੀਜਾ ਬੰਦਾ ਹੋ ਗਿਆ ਇਹ ਚੰਦਰਗੁਪਤ। ਤਾਂ 2 ਅਤੇ 3 ਇਸ ਤਰ੍ਹਾਂ ਵੀ ਯਾਦ ਕਰ ਸਕਦੇ ਹੋ ਇੱਕ ਆਪਣਾ ਹਿਸਾਬ ਰੱਖ ਕੇ। ਇਹ ਸਤੰਭ 23 ਫੁੱਟ ਉੱਚਾ ਹੈ ਅਤੇ 7.5 ਟਨ ਇਸ ਦਾ ਵਜ਼ਨ ਹੈ। ਜੋ ਇਹ ਲੋਹ ਸਤੰਭ ਹੈ 23 ਫੁੱਟ ਉੱਚਾ ਹੈ ਅਤੇ 7.5 ਟਨ ਇਸ ਦਾ ਵਜ਼ਨ ਹੈ। ਲੋਹੇ ਦੇ ਬਣੇ ਇਸ ਸਤੰਭ ਉੱਤੇ 1600 ਸਾਲ ਬਾਅਦ ਵੀ ਜੰਗ ਦਾ ਨਿਸ਼ਾਨ ਨਹੀਂ ਲੱਗਿਆ, ਤਾਂ ਜਰ ਨਹੀਂ ਲੱਗੀ। ਇਸ ਤਰ੍ਹਾਂ ਬਿਹਾਰ ਦੇ ਸੁਲਤਾਨਗੰਜ ਤੋਂ ਮਹਾਤਮਾ ਬੁੱਧ ਦੀ ਇੱਕ ਕਾਂਸੇ ਦੀ ਮੂਰਤੀ ਮਿਲੀ ਸੀ। ਬਿਹਾਰ ਦਾ ਇੱਕ ਖੇਤਰ ਆ ਸੁਲਤਾਨਗੰਜ, ਉੱਥੋਂ ਮਹਾਤਮਾ ਬੁੱਧ ਦੀ ਕਾਂਸੇ ਦੀ ਮੂਰਤੀ ਮਿਲੀ ਸੀ। ਗੁਪਤ ਕਾਲ ਦੀ ਬਣੀ ਹੋਈ ਇਹ 7.5 ਫੁੱਟ। ਦੇਖੋ, ਜੋ ਉਹ ਲੋਹੇ ਦਾ ਸਤੰਭ ਆ ਉਹਦਾ 7.5 ਟਨ ਵਜ਼ਨ ਹੈ, ਅਤੇ ਜੇ ਇਹ ਮੂਰਤੀ ਮਿਲੀ ਹੈਗੀ ਬਿਹਾਰ ਦੇ ਸੁਲਤਾਨਗੰਜ ਵਿੱਚੋਂ, ਇਸ ਦੀ ਉਚਾਈ ਕਿੰਨੀ ਆ? 7.5 ਫੁੱਟ। ਅੱਜ ਕੱਲ੍ਹ ਇੰਗਲੈਂਡ ਦੇ ਬਰਮਿੰਘਮ ਅਜਾਇਬ ਘਰ ਵਿੱਚ ਦੇਖੀ ਗਈ ਹੋਈ ਹੈ। ਇਹਨਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਗੁਪਤ ਕਾਲ ਵਿੱਚ ਹਰੇਕ ਖੇਤਰ ਵਿੱਚ ਬਹੁਤ ਉੱਨਤੀ ਹੋਈ। ਇਸ ਕਾਲ ਨੂੰ ਭਾਰਤ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ, ਗੋਲਡਨ ਏਜ ਆਫ ਇੰਡੀਆ। ਤਾਂ ਜਿਹੜੀ ਗੋਲਡਨ ਏਜ ਆਫ ਇੰਡੀਆ ਉਹ ਕਿਹੜੀ ਆ? ਗੁਪਤ ਏਜ। ਤਾਂ ਗੁਪਤ ਕਾਲ ਨੂੰ ਸੁਨਹਿਰੀ ਯੁੱਗ ਵੀ ਕਿਹਾ ਜਾਂਦਾ ਭਾਰਤ ਦਾ। ਇਸ ਤਰ੍ਹਾਂ ਅਸੀਂ ਨੇ ਗੁਪਤ ਕਾਲ ਦੇ ਬਾਰੇ ਪੜ੍ਹਿਆ। ਜੇਕਰ ਮੈਨੂੰ ਕੋਈ ਹੋਰ ਵੀ ਲੱਗਿਆ ਵੀ ਕੋਈ ਸੌਖੇ ਤਰੀਕੇ ਨਾਲ ਮੈਂ ਦੱਸ ਸਕਦਾ, ਤਾਂ ਹੋ ਸਕਿਆ ਤਾਂ ਇਸ ਦੀ ਇੱਕ ਹੋਰ ਵੀਡੀਓ ਬਣਾ ਕੇ ਤੁਹਾਨੂੰ ਸਾਰੇ ਪਾਠ ਦਾ ਫਿਰ ਸੌਖਾ ਤਰੀਕਾ ਦੱਸਾਂਗਾ। ਧੰਨਵਾਦ।